Audio Jungle. Audio Jungle. नमस्कार दोस्तों, MS न्यूज़ में आपका स्वागत है। मैं मनोज सेंसवाल। आजकल की भागदौड़ की ज़िंदगी में लोग इतने व्यस्त हो चुके हैं कि वह अपनी परंपराएं, अपनी संस्कृति, वह अपने पीर फकीरों को भी भूलते जा रहे हैं। लेकिन हर इंसान ऐसा नहीं है। इनमें से एक है जसविंदर सिंह, जिन्होंने अपने पीर फकीरों को याद करते हुए गुरु घर में सेवा करनी शुरू की है और उन्होंने श्री गुरु ग्रंथ साहिब जी के लगभग 1430 अंगों को लिखकर उन्हें गुरु घर में समर्पित किया है। इस संबंध में जानकारी देते हुए जसविंदर सिंह ने बताया है कि गुरु की कृपा से ही उन्हें यह प्रेरणा मिली और उन्होंने गुरु ग्रंथ साहिब के जो अंग है वो लिखने शुरू किए। उन्हें लगभग 2.25 वर्ष इस काम में लग गए और लगभग इस काम को पूरा करने के लिए उन्होंने सभी साथ संगत व परिवार वालों का पूरा भरपूर सहयोग रहा। उन्होंने कहा कि इसके अलावा वह गुटका साहिब भी लिख रहे हैं और इसको वह गुरु घर में भी समर्पित करेंगे। स्वागत है जी। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਸਰ, ਤੁਸੀਂ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਹੈ ਲਿਖਿਆ ਗਿਆ ਹੈ ਤੁਹਾਡੇ ਵੱਲੋਂ, ਹਾਂਜੀ, ਅੱਜ ਦੀ ਭਾਗਦੌੜ ਦੀ ਦੁਨੀਆ ਦੇ ਵਿੱਚ ਲੋਕ ਆਪਣੀ ਵਿਰਾਸਤ ਨੂੰ, ਆਪਣੀ ਸੰਸਕ੍ਰਿਤੀ ਨੂੰ ਭੁੱਲਦੇ ਜਾ ਰਹੇ ਹੈ। ਸਰ, ਤੁਹਾਡੇ ਮਨ 'ਚ ਕਿਵੇਂ ਆਇਆ, ਕੀ ਖਿਆਲ ਆਇਆ ਵੀ ਤੁਸੀਂ ਇਹ ਇੱਡਾ ਵੱਡਾ ਜਿਹੜਾ ਕਾਰਜ ਤੁਸੀਂ ਕੀਤਾ ਗਿਆ ਤੁਹਾਡੇ? ਬਸ ਜੀ, ਸ਼ੁਰੂ ਤੋਂ ਲਿਖਣ ਦਾ ਸ਼ੌਂਕ ਸੀ ਬਚਪਨ ਤੋਂ ਹੀ, ਤੇ ਗੁਰਦੁਆਰਾ ਸਾਹਿਬ ਨਾਲ ਅਟੈਚ ਹੋਏ ਹੁਕਮਨਾਮਾ ਸਾਹਿਬ ਲਿਖਣ ਦੀ ਇੱਥੇ ਸੇਵਾ ਮਿਲੀ ਤਾਂ ਮਨ ਦੇ ਵਿੱਚ ਖਿਆਲ ਆਇਆ ਕਿ ਕਿਉਂ ਨਾ ਗੁਰੂ ਗ੍ਰੰਥ ਸਾਹਿਬ ਦੀ ਲਿਖਤ ਕੀਤੀ ਜਾਵੇ ਹੱਥ ਨਾਲ। ਤਾਂ ਮਨ ਦੇ ਵਿੱਚ ਖਿਆਲ ਆਇਆ ਤਾਂ ਫਿਰ ਸਰ, ਕਿੰਨੇ ਟਾਈਮ ਦੇ ਵਿੱਚ, ਕਦੋਂ ਸ਼ੁਰੂ ਕੀਤਾ, ਕਿੰਨੇ ਟਾਈਮ ਦੇ ਵਿੱਚ ਤੁਹਾਡੇ ਵੱਲੋਂ ਇਹ ਲਿਖਿਆ ਗਿਆ? ਇਹ ਸਹੀ 2.25 ਸਾਲਾਂ ਦੇ ਵਿੱਚ ਸੰਪੂਰਨ ਹੋਇਆ ਜੀ ਗ੍ਰੰਥ ਸਾਹਿਬ। ਹਾਂਜੀ ਸਰ, ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਈ ਤੁਹਾਨੂੰ ਇਹਦੇ ਵਿੱਚ? ਦਿੱਕਤ ਆਈ, ਬਹੁਤ ਜ਼ਿਆਦਾ ਦਿੱਕਤ ਆਈ। ਪਹਿਲਾਂ ਕਾਗਜ਼ ਨਹੀਂ ਸਹੀ ਮਿਲ ਰਿਹਾ ਸੀ, ਫਿਰ ਲਿਖਣ ਲਈ ਪੈਨ ਦੀ ਕੋਈ ਨਹੀਂ ਹੋ ਰਹੀ ਸੀ ਸੈਟਿੰਗ ਵੀ ਕਿਹੜਾ ਪੈਨ। ਫਿਰ ਇੰਕ ਦੀ ਬੜੀ ਪ੍ਰੋਬਲਮ ਆਈ, ਕਿਉਂਕਿ ਇੰਕ ਮੈਂ ਪਹਿਲੀ ਜਿਹੜੀ ਬਲੈਕ ਯੂਜ਼ ਕਰਦਾ ਸੀ ਤਾਂ ਕੋਈ ਸੁੱਕ ਕੇ ਗ੍ਰੇ ਹੋ ਜਾਂਦੀ ਸੀ, ਕੋਈ ਬਰਾਊਨ ਹੋ ਜਾਂਦੀ ਸੀ, ਬਲੈਕ ਨਹੀਂ ਰਹਿੰਦੀ ਸੀ। ਤਾਂ ਇਸ ਕਰਕੇ ਬਹੁਤ ਦਿੱਕਤਾਂ ਆਈਆਂ। ਇੱਕ ਗਾਈਡਲਾਈਨ ਨਹੀਂ ਸੀ ਬਿਲਕੁਲ ਵੀ ਕਿ ਕਿਤੋਂ ਵੀ ਗਾਈਡਲਾਈਨ ਹੋਵੇ ਵੀ ਕਿੱਦਾਂ ਲਿਖਣਾ ਕਿੱਦਾਂ ਨਹੀਂ। ਇਹ ਤਾਂ ਵਾਹਿਗੁਰੂ ਦੀ ਮਿਹਰ ਸਦਕਾ ਹੀ ਲਿਖਿਆ ਗਿਆ ਹੈ। ਹਾਂਜੀ ਸਰ, ਵਾਹਿਗੁਰੂ ਦੀ ਕਿਰਪਾ ਤੁਹਾਡੇ 'ਤੇ ਹੋਈ, ਤੁਹਾਡੇ ਮਨ 'ਚ ਵਿਚਾਰ ਆਇਆ ਕਿ ਤੁਸੀਂ ਇਹ ਕੰਮ ਸ਼ੁਰੂ ਕੀਤਾ। ਇਸ ਤੋਂ ਇਲਾਵਾ ਸਰ ਹੋਰ ਵੀ ਕੋਈ ਤੁਸੀਂ ਲਿਖ ਰਹੇ ਹੋ ਜਾਂ ਕੋਈ ਤੁਹਾਡੇ ਮਨ ਦੇ ਵਿੱਚ ਕੋਈ ਖਿਆਲ ਆ ਰਿਹਾ ਹੈ ਵੀ ਮੈਂ ਕੁਝ ਗੁਰੂ ਘਰ ਵਾਸਤੇ ਕੁਝ ਕਰਾਂ ਜਾਂ ਕੁਝ? ਹਾਂਜੀ, ਸੰਪੂਰਨਤਾ ਤੋਂ ਬਾਅਦ ਮੈਂ ਹੁਣ ਗੁਟਕਾ ਸਾਹਿਬ, ਨਿਤਨੇਮ ਦੇ ਗੁਟਕਾ ਸਾਹਿਬ ਹੈ ਜਿਹੜੇ ਉਹ ਲਿਖ ਰਹੇ ਹਾਂ ਜੀ। 35 ਗੁਟਕਾ ਸਾਹਿਬ ਮੈਂ ਲਿਖਣੇ ਆ ਜੀ, ਜਿਹਦੇ ਵਿੱਚੋਂ ਮੈਂ 6 ਸੰਪੂਰਨ ਕਰ ਚੁੱਕਿਆ, 7ਵਾਂ ਮੈਂ ਲਿਖ ਰਿਹਾ। 35 ਨਿਤਨੇਮ ਦੇ ਗੁਟਕਾ ਸਾਹਿਬ, ਜਿਹਦੇ ਵਿੱਚ ਕਿ 5 ਬਾਣੀਆਂ, ਰਹਿ ਰਸ, ਅਰਦਾਸ ਤੇ ਕੀਰਤਨ ਸੋਹਿਲਾ, ਇਹ ਬਾਣੀਆਂ ਵਿੱਚ ਦਰਜ ਹੈ। ਸਰ, ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਲਿਖਿਆ ਗਿਆ ਹੈ, ਕਿੰਨੇ ਇਹਦੇ ਅਧਿਆਏ ਤੁਹਾਡੇ ਵੱਲੋਂ ਲਿਖੇ ਗਏ ਨੇ ਤੇ 1430 ਅੰਗ, ਹਾਂਜੀ, ਇਹਦੇ ਸਰੂਪ ਦੇ ਹੈ 1430 ਅੰਗ। ਸਰ, ਅੱਜ ਦੀ ਜਿਹੜੇ ਯੁਵਾ ਨੇ ਆਪਣੀ ਸੰਸਕ੍ਰਿਤੀ ਨੂੰ ਭੁੱਲਦੇ ਜਾ ਰਹੇ, ਆਪਣੇ ਪੀਰ ਫਕੀਰਾਂ ਨੂੰ ਵੀ ਭੁੱਲਦੇ ਜਾ ਰਹੇ ਨੇ, ਸੰਸਕ੍ਰਿਤੀ ਤੋਂ ਦੂਰ ਹੁੰਦੇ ਜਾ ਰਹੇ ਨੇ। ਕੁਛ ਨਸ਼ਾ 'ਚ ਪੈ ਗਏ, ਕੁਛ ਆਪਣੀ ਭਾਗਦੌੜ 'ਚ ਇੰਨੇ ਬਿਜ਼ੀ ਹੋ ਗਏ, ਆਪਣੀ ਰੋਜੀ ਰੋਟੀ ਦੇ ਚੱਕਰ 'ਚ ਵੀ ਉਹ ਬਿਲਕੁਲ ਹੀ ਆਪਣੇ ਧਰਮ ਵੱਲੋਂ ਬੇਮੁਖ ਹੁੰਦੇ ਜਾ ਰਹੇ ਤੇ ਉਹਨੂੰ ਭੁੱਲਦੇ ਜਾ ਰਹੇ ਹੈ। ਸਰ, ਇਹ ਜਿਹੇ ਯੁਵਾਵਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਇਹੀ ਕਹਿਣਾ ਚਾਹੁੰਦਾ ਹੈ ਕਿ ਕਿਸੇ ਵੀ ਕੰਮ ਦੇ ਵਿੱਚ ਜੇ ਤੁਸੀਂ ਕੋਈ ਵੀ ਕੰਮ ਕਰ ਰਹੇ ਹੋ ਤਾਂ ਆਪਦੀ ਨਿਸ਼ਠਾ, ਸੱਚਾਈ ਤੇ ਚੰਗੀ ਆਪਦੀ ਭਾਵਨਾ ਲੈ ਕੇ ਉਸ ਕੰਮ ਨੂੰ ਕਰੋ ਤਾਂ ਤੁਹਾਨੂੰ ਬਿਲਕੁਲ ਕਾਮਯਾਬੀ ਮਿਲੇਗੀ। ਹਾਂਜੀ, ਯੁਵਾਵਾਂ ਨੂੰ ਜੋ ਜਿਵੇਂ ਨਸ਼ੇ ਦੇ ਵੱਲੇ ਜਾ ਰਹੇ ਆ ਯੁਵਾ, ਇਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਸਰ? ਨਸ਼ਿਆਂ ਦਾ ਤਾਂ ਇਹ ਹੈ ਜੀ ਕਿ ਨਸ਼ਿਆਂ ਤੋਂ ਰਹਿਤ ਇਹ ਹੈ ਕਿ ਗੁਰੂ ਦੇ ਨਾਲ ਜੁੜੋ, ਆਪਦੇ ਕੰਮ ਨਾਲ ਮਤਲਬ ਰੱਖੋ, ਕੰਮ ਤੇ ਜਾਓ ਤੇ ਸਿੱਧਾ ਆਪਣੇ ਘਰ ਆਓ। ਕਿਸੇ ਨਾਲ ਕੋਈ ਨਾ ਤੁਸੀਂ ਅਟੈਚਮੈਂਟ ਰੱਖੋ, ਆਪਦੇ ਕੰਮ ਨਾਲ ਮਤਲਬ ਰੱਖੋ ਤਾਂ ਤੁਸੀਂ ਨਸ਼ਿਆਂ ਤੋਂ ਰਹਿਤ ਰਹੋਗੇ। ਔਰ ਮੇਨ ਜਿਹੜੀ ਹੈ ਕਿ ਗੁਰੂ ਨਾਲ ਜੁੜੋ। ਗੁਰੂ ਨਾਲ ਜੁੜਾਂਗੇ ਤਾਂ ਗੁਰਦੁਆਰਾ ਸਾਹਿਬ ਆਵਾਂਗੇ, ਗ੍ਰੰਥੀ ਸਿੰਘ ਤੋਂ ਵਿਆਖਿਆ ਬਾਣੀ ਸੁਣਾਂਗੇ ਤਾਂ ਉਸ ਦਾ ਅਸਰ ਆਪਾਂ ਨੂੰ ਤੋਂ ਪੈਂਦਾ ਹੈ। ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਜਿਹੜੀ ਉਹ ਆਪਾਂ ਨੂੰ ਕੀ ਸੰਦੇਸ਼ ਦਿੰਦੀ ਹੈ, ਕੀ ਆਪਾਂ ਨੂੰ ਉਹ ਆਪਣੇ ਜੀਵਨ ਦੇ ਵਿੱਚ ਗੁਜ਼ਰਨ ਲਈ ਪ੍ਰੇਰਿਤ ਕਰਦੀ ਹੈ, ਤਾਂ ਉਹ ਜਦੋਂ ਆਪਾਂ ਨੂੰ ਪਤਾ ਲੱਗੇਗਾ ਤਾਂ ਆਪਾਂ ਇਹਨਾਂ ਚੀਜ਼ਾਂ ਤੋਂ ਰਹਿਤ ਹੋਵਾਂਗੇ। ਪਰ ਕੀ ਹੈ ਕਿ ਆਪਾਂ ਇਸ ਤੋਂ ਦੂਰ ਹੁੰਦੇ ਜਾ ਰਹੇ ਹਾਂ, ਗੁਰਦੁਆਰਾ ਸਾਹਿਬ ਤੋਂ ਜਾਂ ਮੰਦਰਾਂ ਤੋਂ, ਧਾਰਮਿਕ ਸਥਾਨਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਸਰ, ਜਿਹੜੇ ਗੁਰੂ ਦਾ ਤੁਸੀਂ ਵਖਾਣ ਕੀਤਾ ਹੈ, ਲਿਖਿਆ ਹੈ, ਗ੍ਰੰਥ ਸਾਹਿਬ ਲਿਖਿਆ ਹੈ, ਕਿੰਨਾ ਕੀ ਸਹਿਯੋਗ ਰਿਹਾ ਇਹਦੇ ਵਿੱਚ, ਕਿੰਨਾ ਸਾਥ ਮਿਲਿਆ ਤੁਹਾਨੂੰ? ਸਰ, ਦੇਖੋ ਜੀ, ਜਦੋਂ ਮੈਂ ਲਿਖਣਾ ਸ਼ੁਰੂ ਕੀਤਾ ਤਾਂ
ਮੈਂ ਇੱਕੋ ਹੀ ਗੱਲ ਸੰਗਤ ਦੇ ਸਾਹਮਣੇ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਮੈਂ ਸਿਰਫ ਲਿਖ ਸਕਦਾ, ਲਿਖਾਉਣਾ ਤੁਹਾਡਾ ਕੰਮ ਹੈ। ਕਹਿਣ ਦਾ ਮਤਲਬ ਕਿ ਇਹਦੇ ਲਈ ਕਾਗਜ਼ ਵੀ ਚਾਹੀਦਾ ਸੀ, ਕਾਗਜ਼ ਵੀ ਮਹਿੰਗਾ, ਪੈਨ ਵੀ ਸ਼ੈਫਰ ਕੰਪਨੀ ਦੇ ਜਿਹੜੇ ਸਲਵੈਂਡੀਆਂ ਤੋਂ ਆਉਂਦੇ ਆ ਉਹ ਯੂਜ਼ ਕੀਤੇ ਆ, ਇੰਕ ਵੀ ਬਹੁਤ ਕਾਸਟਲੀ ਹੈ। ਤਾਂ ਇਹਦੇ 'ਚ 1 ਲੱਖ ਰੁਪਇਆ ਖਰਚਾ ਗੁਰੂ ਗ੍ਰੰਥ ਸਾਹਿਬ ਤੇ ਆਇਆ ਹੈ। ਉਹ ਸਭ ਸੰਗਤ ਦੇ ਸਹਿਯੋਗ ਨਾਲ ਹੀ ਲਿਖਿਆ ਗਿਆ ਹੈ। ਮੇਰੀ ਜੇਬ ਦੇ ਵਿੱਚੋਂ ਇੱਕ ਪੰਜੀ ਵੀ ਨਹੀਂ ਲੱਗੀ। ਸੰਗਤ ਦਾ ਇੰਨਾ ਸਹਿਯੋਗ ਰਿਹਾ ਕਿ ਮੈਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਈ। ਪੈਨ ਮੈਨੂੰ ਜ਼ਰੂਰ ਹੈ ਕਿ ਮੈਨੂੰ ਜਲੰਧਰ ਜਾਣਾ ਪੈਂਦਾ ਸੀ ਤਾਂ ਮੈਨੂੰ ਉੱਥੋਂ ਲਿਆਉਣੇ ਪੈਂਦੇ ਸੀ ਪੈਨ, ਤੇ ਅਦਰਵਾਈਜ਼ ਮੈਨੂੰ ਸੰਗਤ ਦੇ ਸਹਿਯੋਗ ਤੋਂ ਮੈਨੂੰ ਕੋਈ ਕਮੀ ਨਹੀਂ ਆਈ। ਸੰਗਤ ਨੇ ਬਹੁਤ ਸਹਿਯੋਗ ਦਿੱਤਾ। ਹੁਣ ਵੀ ਮੈਂ ਜਿਹੜੇ 35 ਗੁਟਕਾ ਸਾਹਿਬ ਨਿਤਨੇਮ ਦੇ ਗੁਟਕਾ ਸਾਹਿਬ ਲਿਖ ਰਿਹਾ ਉਹ ਵੀ ਸੰਗਤ ਦੇ ਸਹਿਯੋਗ ਨਾਲ ਹੀ ਲਿਖ ਰਿਹਾ। ਸਰ ਗੁਰੂ ਦਾ ਵਖਾਣ ਕੀਤਾ ਹੈ, ਗ੍ਰੰਥ ਸਾਹਿਬ ਲਿਖਿਆ ਹੈ, ਤੁਹਾਡੇ ਮਨ ਨੂੰ ਕੀ ਸੰਤੁਸ਼ਟੀ ਮਿਲੀ ਹੈ ਇਹਦੇ ਨਾਲ? ਦੇਖੋ ਜੀ, ਮੈਂ ਫਰਵਰੀ 2018 ਦੇ ਵਿੱਚ ਗੁਰੂ ਦੇ ਲੜ ਲੱਗਿਆ। ਬਸ ਉਸੇ ਦਿਨ ਤੋਂ ਹੀ ਮੈਂ ਇੱਕ ਸਵਾਸ ਆਪਣਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੇਖੇ ਲਾਤਾ। ਔਰ ਮੈਂ ਇੱਥੋਂ ਤੱਕ ਹੀ ਕਹਿ ਦੇਣਾ ਚਾਹੁੰਦਾ ਕਿ ਉਸੇ ਦਿਨ ਤੋਂ ਹੀ ਇਹੀ ਮੇਰਾ ਮਾਂ ਹੈ, ਇਹੀ ਮੇਰਾ ਪਿਓ ਹੈ, ਇਹੀ ਮੇਰਾ ਭੈਣ ਹੈ, ਤੇ ਇਹੀ ਮੇਰਾ ਭਰਾ ਹੈ, ਇਹੀ ਮੇਰਾ ਸਭ ਕੁਝ ਹੈ। ਸਰ ਵਾਹਿਗੁਰੂ ਦੀ ਤੁਹਾਡੇ ਤੇ ਬਹੁਤ ਅੱਛੀ ਮਿਹਰ ਹੋਈ ਹੈ, ਤੁਹਾਨੂੰ ਅੱਛੀ ਰਾਹ ਤੇ ਲੱਗੇ ਹੋ ਤੁਸੀਂ, ਤੇ ਗੁਰੂ ਦਾ ਵਖਾਣ ਵੀ ਕਰ ਰਹੇ ਹੋ, ਇਹਦਾ ਪ੍ਰਚਾਰ ਪ੍ਰਸਾਰ ਵੀ ਕਰ ਰਹੇ ਹੋ ਸਰ। ਤੇ ਇਸ ਤੋਂ ਇਲਾਵਾ ਹੋਰ ਤੁਹਾਡੇ ਮਨ 'ਚ ਕੋਈ ਇੱਛਾ ਜਗੀ ਹੋਵੇ? ਇੱਛਾ ਤਾਂ ਬਸ ਇਹੀ ਹੈ ਜੀ ਕਿ ਗੁਰੂ ਦੇ ਨਾਲ ਲੜ ਲੱਗੇ ਰਹੀਏ ਤੇ ਹੋਰਾਂ ਨੂੰ ਵੀ ਗੁਰੂ ਦੇ ਲੜ ਲਾਉਣ ਲਈ ਪ੍ਰੇਰਿਤ ਕਰਦੇ ਰਹੀਏ। ਮੈਂ ਬਹੁਤ ਸੰਗਤ ਚੋਂ ਜਾਂ ਹੋਰ ਵੀ ਜੰਗ ਮੁੰਡਿਆਂ ਨੂੰ ਵੀ ਕਹਿਣਾ ਹੈ ਕਿ ਕੁਛ ਨਾ ਕੁਛ ਲਿਖੋ, ਚਾਹੇ ਮੂਲ ਮੰਤਰ ਲਿਖੋ, ਚਾਹੇ ਜਪਜੀ ਸਾਹਿਬ ਦਾ ਇੱਕ ਲਿਖੋ, ਗੁਟਕਾ ਸਾਹਿਬ ਕੋਈ ਆਪਦੇ ਹੱਥ ਲਿਖਤ ਤਿਆਰ ਕਰੋ ਤਾਂ ਕਿ ਪੁਰਾਣੀ ਜਿਹੜੀ ਵਿਰਾਸਤ ਆ ਉਹ ਕਾਇਮ ਰੱਖੀ ਜਾਵੇ। ਜਿਵੇਂ ਅੱਜ ਯੁਵਾ ਵਰਗ ਵੀ ਪਾਸੇ ਜਾ ਰਹੇ ਨੇ, ਤੁਹਾਡੇ ਮਨ 'ਚ ਕੋਈ ਕਦੇ ਕੋਈ ਵਿਚਾਰ ਆਇਆ ਹੋਵੇ ਵੀ ਕੋਈ ਇਕੱਠਾ ਕੀਤਾ ਜਾਵੇ ਸਾਰਿਆਂ ਨੂੰ ਤੇ ਗੁਰੂ ਵਾਸਤੇ ਕੋਈ ਪ੍ਰਚਾਰ ਕੀਤਾ ਜਾਵੇ ਸਰ, ਕੋਈ ਇਸ ਤਰ੍ਹਾਂ ਦਾ ਕੋਈ? ਦੇਖੋ ਜੀ, ਇਹ ਹੈ ਇੱਕ ਟੀਮ ਵਰਕ ਬਣਾ ਕੇ 10 ਬੰਦਿਆਂ ਦੀ 5 7 10 ਬੰਦਿਆਂ ਦੀ ਕਮੇਟੀ ਬਣਾ ਕੇ, ਮੈਂਬਰ ਬਣਾ ਕੇ, ਤਾਂ ਉਹ ਜਦੋਂ ਕਮੇਟੀ ਬਣੇਗੀ ਤਾਂ ਉਹ ਪ੍ਰੇਰਿਤ ਕਰਨ ਲਈ ਉਹ ਆਪਣਾ ਜਦੋਂ ਹੈ ਆਪਣਾ ਸਟੈਪ ਬਾਈ ਸਟੈਪ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਜਾਂ ਹੋਰ ਨਸ਼ਿਆਂ ਤੋਂ ਰਹਿਤ ਕਿਵੇਂ ਰਿਹਾ ਜਾ ਸਕਦਾ ਹੈ ਉਹਦੇ ਬਾਰੇ ਆਪਾਂ ਜਦੋਂ ਨੌਜਵਾਨ ਪੀੜ੍ਹੀ ਨੂੰ ਦੱਸਾਂਗੇ ਤਾਂ ਫਿਰ ਉਹ ਇਸ ਨਾਲ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਗੇ। ਇਹਦੇ ਲਈ ਇਹ ਟੀਮ ਵਰਕ ਹੈ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ, ਸਾਡੇ ਚੈਨਲ ਨਾਲ ਜੁੜੇ ਸਰ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ।